ਧੰਨ ਵਾਹਿਗੁਰੂ ਸਾਹਿਬ ਜੀਓ। ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀਐ ਨਾਲ ਚੱਲੈ ਸਭ ਕੋਏ। ਚੰਗਾ ਨਾਉ ਰਖਾਏ ਕੈ ਜਸ ਕੀਰਤ ਜਗ ਲੇ, ਜੇ ਤਿਸ ਨਦਰ ਨ ਆਵਈ ਤਵਾਤ ਨ ਪੁੱਛੈ ਕੇ। ਕੀਟਾਂ ਅੰਦਰ ਕੀਟ ਕਰ ਦੋਸ਼ੀ ਦੋਸ਼ ਤਰੇ, ਨਾਨਕ ਨਿਰਗੁਣ ਗੁਣ ਕਰੇ। ਗੁਣਵੰਤਿਆ ਗੁਣ ਦੇ ਤੇਹਾ ਕੋਇ ਨ ਸੁਝਈ, ਜੇ ਤਿਸ ਗੁਣ ਕੋਇ ਕਰੇ। ਨਾਨਕ ਨਿਰਗੁਣ ਗੁਣ ਕਰੇ, ਗੁਣਵੰਤਿਆ ਗੁਣ ਦੇ ਤੇਹਾ ਕੋਇ ਨ ਸੁਝਈ, ਜੇ ਤਿਸ ਗੁਣ ਕੋਇ ਕਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਚਵਰ ਛਤਰ ਸਿੰਘਾਸਨ ਦੇ ਮਾਲਕ, ਮਨੁੱਖਤਾ ਦੇ ਸਾਂਝੇ ਰਹਿਬਰ, ਧੰਨ ਧੰਨ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ, ਤਿਨਾਂ ਦੀ ਪਾਵਨ ਮੁਕੱਦਸ ਹਜ਼ੂਰੀ ਦੇ ਅੰਦਰ ਰੋਜ਼ਾਨਾ ਦੀ ਤਰ੍ਹਾਂ ਸੰਧਿਆ ਵੇਲੇ ਦੇ ਸਜੇ ਹੋਏ ਪਾਵਨ ਦੀਵਾਨਾਂ ਦੀ ਹਾਜ਼ਰੀ ਭਰ ਰਹੇ ਗੁਰੂ ਸਵਾਰੇ ਸਤਸੰਗੀ ਜਨੋ ਵਡਭਾਗੇ ਹਾਂ, ਜੋ ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਰਹਿਮਤ ਦਾ ਸਦਕਾ ਮੁਬਾਰਕ ਹਜ਼ੂਰੀ ਦੇ ਅੰਦਰ ਜੁੜ ਕਰਕੇ ਗੁਰੂ ਸਵਾਰਿਆਂ ਪਾਸੋਂ ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਦੇ ਰਸ ਭਿੰਨੇ ਕੀਰਤਨ ਦੇ ਨਾਲ ਸਾਂਝ ਬਣਾ ਰਹੇ ਸਾਂ। ਉਪਰੰਤ ਗੁਰੂ ਦਇਆ ਦੇ ਸਦਕਾ ਚੱਲ ਰਹੀ ਮੁਬਾਰਕ ਬਾਣੀ ਜਪਜੀ ਸਾਹਿਬ ਦੀ ਲੜੀਵਾਰ ਵਿਚਾਰ ਦੇ ਨਾਲ ਸਾਂਝ ਬਣਾਉਣ ਦਾ ਸੁਭਾਗ ਸਮਾਂ ਪ੍ਰਾਪਤ ਹੋ ਰਿਹਾ ਹੈ। ਇਸ ਲੜੀ ਦੇ ਤਹਿਤ ਪਿਛਲੇਰੇ ਦੀਵਾਨਾਂ ਦੇ ਅੰਦਰ ਸਾਹਿਬ ਦੀ ਦਇਆ ਦੇ ਸਦਕਾ 6 ਪਾਵਨ ਪੌੜੀਆਂ ਦੀ ਵਿਚਾਰ ਆਪ ਸੰਗਤਾਂ ਦੇ ਨਾਲ ਸਾਂਝ ਬਣਾਈ। ਅਗਲੇਰੀ 7 ਨੰਬਰ ਪੌੜੀ, ਜਿਸ ਦਾ ਪਾਠ ਆਪ ਜੀਆਂ ਦੇ ਨਾਲ ਸਾਂਝਾ ਕੀਤਾ ਹੈ, ਤਿਸ ਦੀ ਵਿਚਾਰ ਗੁਰੂ ਦਇਆ ਦੇ ਸਦਕਾ ਆਪ ਸੰਗਤਾਂ ਦੇ ਨਾਲ ਸਾਂਝ ਬਣਾਉਣੀ ਹੈ। ਆਓ ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਗੁਰੂ ਚਰਨਾਂ ਦੇ ਅੰਦਰ ਹਾਜ਼ਰੀ ਲਵਾਈਏ। ਬੜੇ ਪਿਆਰ ਅਤੇ ਅਦਬ ਸਹਿਤ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਭ ਨੇ ਕੱਲ੍ਹ ਦੀ ਮੁਬਾਰਕ ਪੌੜੀ ਦੇ ਅੰਦਰ ਬਖਸ਼ਿਸ਼ ਕਰਦਿਆਂ ਹੋਇਆਂ ਧਰਮ ਦੇ ਅੰਦਰ ਕਮਾਇਆ ਜਾਣ ਵਾਲਾ ਇੱਕ ਵੱਡਾ ਤਰੀਕਾ ਧਰਮੀ ਅਖਵਾਉਣ ਵਾਸਤੇ ਤੀਰਥਾਂ ਦੇ ਇਸ਼ਨਾਨ ਦੀ ਗੱਲ ਕੀਤੀ ਕਿ ਜੇ ਸਤਿਗੁਰਾਂ ਦੀਆਂ ਬਖਸ਼ਿਸ਼ਾਂ ਨਹੀਂ, ਗੁਰੂ ਨੂੰ ਚੰਗਾ ਨਹੀਂ ਲੱਗਦਾ ਤੇ ਤੇਰਾ ਤੀਰਥਾਂ 'ਤੇ ਇਸ਼ਨਾਨ ਕੀਤਾ ਕਿਸੇ ਅਰਥ ਨਹੀਂ ਹੈ। ਜੇ ਤੂੰ ਇਸ਼ਨਾਨ ਕਰਦਾ ਹੈ ਤੀਰਥਾਂ 'ਤੇ ਮਨ ਦੇ ਅੰਦਰ ਮੈਲ ਚੁੱਕੀ ਫਿਰਦਾ ਹੈ, ਤੇ ਸਭ ਕਹਿੰਦੇ ਫਿਰ ਜਿੰਨੇ ਮਰਜ਼ੀ ਤੀਰਥਾਂ 'ਤੇ ਇਸ਼ਨਾਨ ਕਰ, ਜਿੰਨੇ ਮਰਜ਼ੀ ਯਤਨ ਕਰ, ਤੇਰਾ ਉਹਨਾਂ ਤੀਰਥਾਂ 'ਤੇ ਇਸ਼ਨਾਨ ਕੀਤਾ ਕਿਸੇ ਅਰਥ ਨਹੀਂ ਹੈ ਜੇ ਗੁਰੂ ਨੂੰ ਚੰਗਾ ਨਾ ਲੱਗਾ। ਤੇ ਅੱਜ ਦੀ ਇਸ ਮੁਬਾਰਕ ਪੌੜੀ ਦੇ ਅੰਦਰ ਸਭ ਨੇ ਗੱਲ ਕੀਤੀ ਹੈ ਉਹਨਾਂ ਦੀ, ਜਿਨ੍ਹਾਂ ਨੂੰ ਇੰਝ ਲੱਗਾ ਵੀ ਸੰਸਾਰ ਦੇ ਅੰਦਰ ਧਰਮ ਕਮਾਉਣ ਦਾ ਇੱਕ ਇਹ ਤਰੀਕਾ ਏ ਵੀ ਗੁਫਾਵਾਂ ਦੇ ਵਿੱਚ ਬੈਠ ਜਾਓ,
ਲੰਬੀਆਂ ਸਮਾਧੀਆਂ ਲਾਓ ਤੇ ਸਮਾਧੀਆਂ ਲਾ ਕੇ ਉਮਰ ਵੱਡੀ ਕਰ ਲਈਏ। ਉਮਰਾਂ ਵੱਡੀਆਂ ਕਰਕੇ ਲੱਗਦਾ ਸੀ ਵੀ ਅਸੀਂ ਜ਼ਿਆਦਾ ਧਰਮ ਕਮਾ ਸਕਦੇ ਹਾਂ। ਸਭ ਕਹਿੰਦੇ ਇਹ ਵੀ ਤੁਹਾਡੇ ਮਨ ਦਾ ਭੁਲੇਖਾ ਹੈ। ਸਭ ਨੇ ਗੱਲ ਕੀਤੀ, ਮਾਲਕ ਕਹਿੰਦੇ ਨੇ ਜੇ ਲੰਬੀ ਉਮਰ ਦੀ ਗੱਲ ਕਰਦਾ ਹੈ ਤੇ ਕਿੰਨੀ ਕੁ ਲੰਬੀ ਉਮਰ ਹੋ ਸਕਦੀ ਹੈ ਤੇਰੀ। ਸਭ ਕਹਿੰਦੇ ਜੇ ਯੁੱਗ ਚਾਰੇ ਆਰਜਾ, ਤੇਰੀ ਉਮਰ 4 ਯੁੱਗਾਂ ਦੇ ਬਰਾਬਰ ਹੋ ਜਾਏ, ਬੜਾ ਲੰਬਾ ਵਕਤ ਬਣ ਜਾਂਦਾ ਹੈ। ਸਭ ਕਹਿੰਦੇ 4 ਯੁੱਗਾਂ ਦੇ ਬਰਾਬਰ ਨਹੀਂ, ਇਸ ਤੋਂ ਵੀ 10 ਗੁਣੀ ਹੋ ਜਾਏ, ਹੋਰ ਦਸੂਣੀ ਹੋਏ, 40 ਯੁੱਗਾਂ ਦੇ ਬਰਾਬਰ ਤੇਰੀ ਉਮਰ ਹੋ ਜਾਏ। ਸਭ ਕਹਿੰਦੇ ਇਕੱਲੀ ਉਮਰ ਵੱਡੀ ਨਾ ਹੋਵੇ, ਸੰਸਾਰ ਦੇ ਅੰਦਰ ਵਿਚਰਦਿਆਂ ਹੋਇਆਂ ਜਿਹੜੀ ਗੱਲ ਤੂੰ ਕਹਿ ਦੇਵੇਂ ਸਾਰਾ ਸੰਸਾਰ ਮੰਨਦਾ ਹੋਵੇ। ਜੇ ਯੁੱਗ ਚਾਰੇ ਆਰਜਾ, ਹੋਰ ਦਸੂਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀ ਐ, ਨਾਲ ਚੱਲੈ ਸਭ ਕੋਏ, ਸਾਰੀ ਧਰਤੀ ਦੇ ਉੱਤੇ ਤੈਨੂੰ ਜਾਣਦੇ ਹੋਣ, ਸਾਰੀ ਧਰਤੀ ਤੇਰੇ ਹੁਕਮ ਦੇ ਵਿੱਚ ਤੇਰੀ ਕਹੀ ਹੋਈ ਗੱਲ ਦੇ ਨਾਲ ਤੁਰਦੀ ਹੋਵੇ। ਚੰਗਾ ਨਾਉ ਰਖਾਇਕੈ, ਜਸ ਕੀਰਤ ਜਗ ਲੈ, ਸੰਸਾਰ ਦੇ ਅੰਦਰ ਵਾਹ ਵਾਹੀ ਬਹੁਤ ਹੋਵੇ, ਨਾਮ ਬਹੁਤ ਚੱਲਦਾ ਹੋਵੇ ਤੇਰਾ, ਵੀ ਜਿੱਧਰ ਨੂੰ ਵੀ ਜਾਵੇਂ ਤੇਰਾ ਨਾਮ ਚੱਲਦਾ ਹੋਵੇ। ਤੇ ਸਭ ਕਹਿੰਦੇ ਨਾਮ ਚੱਲਦਾ ਹੋਵੇ, ਜਸ ਕੀਰਤ ਜਗ ਲੈ, ਸੰਸਾਰ ਦੇ ਅੰਦਰ ਵਡਿਆਈ ਹੋਵੇ ਤੇਰੀ, ਲੋਕ ਤੇਰੀ ਇੱਜ਼ਤ ਕਰਦੇ ਹੋਣ, ਤੇਰਾ ਜਸ ਗਾਉਂਦੇ ਹੋਣ ਵੀ ਬੜਾ ਕਮਾਲ ਦਾ ਬੰਦਾ ਹੈ, ਬੜਾ ਗੁਣ ਹੈ, ਬੜਾ ਧਨਵਾਨ ਹੈ, ਬੜਾ ਸਿਆਣਾ ਹੈ, ਬੜਾ ਵੱਡਾ ਧਰਮੀ ਹੈ। ਸਭ ਕਹਿੰਦੇ ਸਾਰਾ ਕੋਈ ਤੈਨੂੰ ਕਹਿੰਦੇ ਹੋਣ, ਫਿਰ ਕੀ ਹੋ ਜਾਏਗਾ? ਸਭ ਕਹਿੰਦੇ ਕੀ ਹੋ ਜਾਏਗਾ? ਸੱਚ ਇਹ ਹੈ, ਤੂੰ ਮਨ ਦੇ ਅੰਦਰ ਵਸਾ ਲੈ ਵੀ ਜੇ ਕਿਤੇ ਗੁਰੂ ਦੀ ਕਿਰਪਾ ਦੇ ਪਾਤਰ ਨਾ ਬਣ ਸਕਿਆ, ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛਿਆ ਕਿ ਗੁਰੂ ਦੇ ਦਰ ਤੇ ਤੇਰੀ ਕਿਸੇ ਨੇ ਬਾਤ ਨਹੀਂ ਪੁੱਛਣੀ। ਜੇ ਸਤਿਗੁਰੂ ਦੀ ਬਖਸ਼ਿਸ਼ ਨਾ ਹੋਈ, ਗੁਰੂ ਦੇ ਦਰ ਤੇ ਕੋਈ ਬਾਤ ਨਹੀਂ ਪੁੱਛੇਗਾ। ਉਸ ਦਰਗਾਹ ਦੇ ਅੰਦਰ ਜਾ ਕੇ ਤੈਨੂੰ ਸਜ਼ਾਵਾਂ ਮਿਲਣਗੀਆਂ। ਜੇ ਗੁਰੂ ਦੀ ਬਖਸ਼ਿਸ਼ ਹੋ ਜਾਵੇ, ਸੰਸਾਰ ਭਾਵੇਂ ਤੈਨੂੰ ਚੰਗਾ ਨਾ ਕਵੇ, ਮਾਲਕ ਕਹਿੰਦੇ ਫਿਰ ਉਸ ਦਰਗਾਹ ਦੇ ਵਿੱਚ ਕੋਈ ਮਾੜਾ ਨਹੀਂ ਕਹੇਗਾ। ਰੇ ਰੇ ਦਰਗਾਹ ਕਹੈ ਨਾ ਕਹੂ, ਆਓ ਬੈਠ ਆਦਰ ਸ਼ੁਭ ਦਿਓ, ਉੱਥੇ ਤੈਨੂੰ ਆਦਰ ਤੇ ਸਤਿਕਾਰ ਮਾਣ ਮਿਲੇਗਾ। ਤੂੰ ਕਰਮ ਚੰਗੇ ਕਰ, ਹੋ ਸਕਦਾ ਹੈ ਚੰਗੇ ਕਰਮ ਕਰਕੇ ਸੰਸਾਰ ਤੈਨੂੰ ਚੰਗਾ ਨਾ ਕਵੇ, ਪਰ ਗੁਰੂ ਤੈਨੂੰ ਚੰਗਾ ਕਹੇਗਾ। ਗੁਰੂ ਦੇ ਦਰ ਦੇ ਉੱਤੇ ਤੈਨੂੰ ਬਖਸ਼ਿਸ਼ਾਂ ਮਿਲਣਗੀਆਂ, ਗੁਰੂ ਦੇ ਦਰ ਦੇ ਉੱਤੇ ਰਹਿਮਤਾਂ ਮਿਲਣਗੀਆਂ। ਸਭ ਕਹਿੰਦੇ ਸੰਸਾਰ ਦੇ ਲੋਕਾਂ ਦੀ ਥੋੜੀ ਥੋੜੀ ਉਮਰ ਹੈ, ਕਿੰਨੀ ਹੱਦ ਉਮਰ ਹੈ, ਕੋਈ 120 ਸਾਲ ਦਾ, 150 ਸਾਲ ਦਾ ਹੋਏਗਾ। ਮਾਲਕ ਕਹਿੰਦੇ ਇੱਥੇ ਕਿਸੇ ਨੇ 100 ਸਾਲ ਹੱਦ ਰਹਿਣਾ ਹੈ ਤੇ ਵੱਡੇ ਵੱਡੇ ਮਹਿਲ ਬਣਾਏ ਹੋਏ ਨੇ। ਕਾਹਦੇ ਵਾਸਤੇ? ਰਹਿਣ ਵਾਸਤੇ ਮਹਿਲ ਬਣਾਏ ਹੋਏ ਨੇ। ਸੱਚ ਇਹ ਸਭ ਕਹਿੰਦੇ ਕਦੇ ਖਿਆਲ ਕਰੀ, ਇੱਥੇ ਇੱਦਾਂ ਦੇ ਵੀ ਲੋਕ ਨੇ ਜਿਨ੍ਹਾਂ ਦੀਆਂ ਉਮਰਾਂ ਬੜੀਆਂ ਲੰਬੀਆਂ ਰਹੀਆਂ, ਪਰ ਉਹਨਾਂ ਨੇ ਕਦੇ ਮਹਿਲ ਮਾੜੀਆਂ ਨਹੀਂ ਬਣਾਈਆਂ, ਕਿਉਂਕਿ ਉਹਨਾਂ ਨੂੰ ਲੱਗਦਾ ਸੀ ਵੀ ਇਹ ਵੀ ਥੋੜਾ ਹੈ। ਉਹਨਾਂ ਨੂੰ ਲੱਗਦਾ ਸੀ ਵੀ ਇਹ ਕਿੰਨੀ ਕੁ ਗੱਲ ਹੈ। ਸਭ ਨੇ ਗੱਲ ਕੀਤੀ ਹੈ ਮੁਬਾਰਕ ਬਾਣੀ ਦੇ ਅੰਦਰ, ਭਗਤ ਨਾਮਦੇਵ ਸਾਹਿਬ ਦਾ ਬਚਨ ਹੈ, ਕਹਿੰਦੇ ਨੇ ਗਹਿਰੀ ਕਰਕੇ ਨੀਂਵ ਖੁਦਾਈ, ਉੱਪਰ ਮੰਡਪ ਛਾਏ, ਗਹਿਰੀਆਂ ਗਹਿਰੀਆਂ ਨੀਵਾਂ ਪੁੱਟੀਆਂ ਨੇ, ਵੱਡੇ ਸੋਹਣੇ ਮਹਿਲ ਬਣਾਏ ਨੇ, ਘਰ ਬਣਾਏ ਨੇ। ਕਹਿੰਦੇ ਕਦੇ ਖਿਆਲ ਕਰੀ, ਮਾਰ ਕੰਡੇ ਤੇ ਕੋ ਅਧਿਕਾਈ, ਮਾਰ ਕੰਡੇ ਰਿਸ਼ੀ ਦੀ ਉਮਰ ਕਹਿੰਦੇ ਬੜੀ ਲੰਮੇਰੀ ਸੀ, ਬੜੀ ਲੰਬੀ ਉਮਰ ਦਾ ਮਾਲਕ ਸੀ ਮਾਰਕੰਡੇ ਰਿਸ਼ੀ, ਪਰ ਸਾਰੀ ਜ਼ਿੰਦਗੀ ਉਹਨੇ ਘਰ ਨਹੀਂ ਬਣਾਇਆ, ਸਾਰੀ ਜ਼ਿੰਦਗੀ ਕੱਖਾਂ ਦੀ ਕੁੱਲੀ ਜੀ ਰਹਿ ਗਿਆ। ਜਿਨ ਤ੍ਰਿਣ ਧਰ ਮੂੰਡ ਬਲਾਏ, ਸਭ ਕਹਿੰਦੇ ਹਮਰੋ ਕਰਤਾ ਰਾਮ ਸਨੇਹੀ, ਕਾਹੇ ਰੇ ਨਰ ਗਰਭ ਕਰਤ ਹੋ, ਬਿਨਸ ਜਾਏ ਝੂਠੀ ਦੇਹੀ। ਆ ਝੂਠੀ ਦੇਹੀ ਦਾ ਮਾਣ ਕਰਦਾ ਏ, ਬਿਨਸ ਜਾਣੀ ਆ। ਪਿਆਰ ਪਾਉਣਾ ਏ ਸੰਸਾਰ ਦੀਆਂ ਵਸਤਾਂ ਦੇ ਨਾਲ ਨਹੀਂ, ਪਿਆਰ ਪਾਉਣਾ ਏ ਹਮਰੋ ਕਰਤਾ ਰਾਮ ਸਨੇਹੀ, ਉਸ ਮਾਲਕ ਦੇ ਨਾਲ ਪਾ ਜਿਹੜਾ ਸੱਚਮੁੱਚ ਬਖਸ਼ਿਸ਼ਾਂ ਕਰਨ ਵਾਲਾ, ਜਿਹਦੇ ਕੋਲ ਕੁਝ ਹੈ ਤੈਨੂੰ ਦੇਣ ਵਾਸਤੇ। ਸੰਸਾਰ ਦੇ ਕੋਲ ਤੈਨੂੰ ਦੇਣ ਵਾਸਤੇ ਕੁਝ ਨਹੀਂ ਹੈ, ਹਰੇਕ ਆਪਣੇ ਲਾਲਚ ਕਰਕੇ ਤੇਰੇ ਨਾਲ ਜੁੜਿਆ, ਦੇਣ ਲਈ ਤੇਰੇ ਵਾਸਤੇ ਕੁਝ ਨਹੀਂ ਹੈ।
ਉਹਦੇ ਨਾਲ ਜੁੜ ਜਿਹੜਾ ਸਾਰਾ ਕੋਈ ਦੇਣ ਵਾਲਾ ਹੈ, ਜਿਹੜਾ ਸਾਰੀਆਂ ਬਖਸ਼ਿਸ਼ਾਂ ਕਰਨ ਵਾਲਾ ਹੈ। ਸਭ ਕਹਿੰਦੇ ਜੇ ਤੂੰ ਧਨ ਦੀ ਗੱਲ ਕਰ ਲਵੇਂ, ਜੇ ਤੂੰ ਸੰਸਾਰ ਦੇ ਪਦਾਰਥਾਂ ਦੀ ਗੱਲ ਕਰ ਲਵੇਂ, ਸੰਸਾਰ ਦੇ ਅੰਦਰ ਨਾਮਣੇ ਦੀ ਗੱਲ ਕਰ ਲਵੇਂ, ਤੇ ਨਾਮਣਾ ਕਿੰਨਾ ਕੁ ਹੈ। ਸਭ ਕਹਿੰਦੇ ਤੇਰਾ ਨਾਮਣਾ ਕਿੰਨਾ ਕੁ ਹੋਏਗਾ। ਮੈਂ ਇੱਥੇ ਦੇਖੇ ਨੇ, ਮੇਰੀ ਕੈਰੋਂ ਕਰਤੇ दुर्योधन से भाई 12 योजन छत्र चला था, देही गर्जन खाई। 12 योजन तक छत्र हुक्म चलता सी, अखीर च कोई शरीर चुकण वाला ना मिलिया। कौरवां दा कोई शरीर चुकण वाला ना मिलिया। मैदाने जंग दे अंदर इदां ही कावां चिड़ियां ने कुत्तियां ने खा लिया। 12 योजन तक राह चलता सी। सब कहते काहदा मान करदा है, किस गल का मान करदा है? तेरे हुक्म का, भी तेरा हुक्म बड़ा चलता है। तेरे राज भाग का किस गल का मान करदा है? भी तेरी उम्र बड़ी हो गई है, सियाणा बहुत हो गया। ਜਾਂ फिर इस गल का मान करदा है भी धन बड़ा है। सब कहते किन्ना को धन है तेरे कोल, आ देख तैनू धन वाला दिखा देवां। इन्ना धन सी उहदे कोल, सर्ब सोयन की लंका होती, रावण से अधिकाई। कहाँ पयो दर बांधे हाथी, खिन मैं भई भराई। सब कहते रावण तो ज़्यादा धन तेरे कोल होएगा। किन्ना धन है रावण दे कोल, भी सारी सोने की लंका है उहदी। उहदे दरवाजे दे उत्ते हाथी घोड़े बजे हुए ने। वो किहड़ा नाल लै गया, वो भी तेते ही छड्ड के गया। उहदे कोल किहड़ा उहने वर सकिया। सियाणा भी है, ज्ञानवान भी है, पर हौमे ने खत्म कर दिता। सब कहते संसार के पदार्थों की हौमे ना करया कर, पल्ले तेरे भी कुछ नहीं पैना। एवें हौमे चाउण का कोई लाभ नहीं, किसी अर्थ नहीं है। सब कहते ने ये उम्र किन्नी भी हो जाए, किन्नी वड्डी उम्र हो जाए, किस अर्थ है जे रब जी नूं चेता ना कीता। साहिब दा बचन पढ़ते हैं धन गुरु अर्जन पातशाह का। मालक कहते हर बिसरत सदा खुआरी, ताकौ धोखा कहाँ व्यापै, जाकौ ओट तुहारी। नव खंडन को राज कमावै, अंत चलै गो हारी। 9 खंडां दे उत्ते राज करदा होवे, अंत नूं खाली हाथ ही जाना पैना है। ना यकीन होवे किसे नूं सिकंदर नूं पढ़ लिया जी, सिकंदर खाली हाथ ही गया अंत वेले, भले तो ਉਹਦੇ भी कुछ नहीं पिया। हाँ राज बड़ा वड्डा कीता ਉਹਨੇ, अद्धे संसार ते राज कर लिया। सारे संसार ते राज करन दा सुपना लैके तुरिया सी। इन्हां राज करन तो बाद सुख फेर नहीं माणिया। एक ਉਹਦੇ जीवन की घटना आउंदी आ। कहंदे लंघदा जांदा सी, फौज दे नाल जा रहा है, ते लंघदियां होइयां एक थां ते एक साधु लम्मा पिया, फकीर लम्मा पिया है। सिकंदर का काफला लंघिया। हुण लंघदे होए काफले नूं वेख के फकीर उठिया ना। सिकंदर नूं बड़ा गुस्सा आया भी मैं संसार जेतू होवां, मैं संसार नूं जित्तिया है, ते ये मेरी परवाह ही नहीं करता। भी मैं लंघदा होवां, वड्डे वड्डे राजे राज अपना छड्ड के दौड़ जाते ने, जां मेरे अगे आके झुक जाते ने, ये हिलिया भी नहीं। गुस्सा आ गया। सिपाहियां नूं कहा भी इनू फड़ के लियाओ। फड़ के लियांदा, उन्होंने पुछया तेनू पता नहीं मैं कौन आ? कहंदा जी ना मैनू नहीं पता, तुसीं कौन हो? कहंदे तैनू नहीं पता मैं बादशाह सिकंदर आ। कहंदा फिर बादशाह सिकंदर आ ते फिर की होया? कहंदा मैं संसार दा जेतू हाँ। कहंदा अच्छा तू संसार जित्तिया है, बड़ी सोहनी गल है, काहदे वास्ते जित्तिया है? कहंदे मेरा नाम होवे तां जित्तिया। होर जित के की करना है? संसार जिहड़ा रहिंदे देश ने उन्हां नूं जित लवेगा फिर की करना है? कहंदा फिर सुख माणांगा, फिर मैनूं किसी दा डर नहीं रहेगा। कहंदा बस इसे करके संसार जितना है भी किसी दा डर ना रहे, तू सुख माण लवे। कहंदा देख तू बादशाह सिकंदर है, मैं फकीर हाँ, मैनूं तेरा कोई डर नहीं हैगा, मैनू तेरा कोई भै नहीं है, मैं सुख मान रहा इत्थे बैठा। तू सुख लैण वास्ते इन्ना कुछ करना है, फिर तू सुख माणेगा। इन्ना कुछ करन तो बाद फिर भी तेनू डर रहना है कि कोई बगावत करके तेरा राज भाग खो ना लवे।
ਮੈਨੂੰ ਨਾ ਤੇਰਾ ਹੀ ਪਰਵਾਹ ਨਹੀਂ, ਮੈਨੂੰ ਬਾਕੀ ਰਾਜਿਆਂ ਦੀ ਕਿੱਥੋਂ ਪਰਵਾਹ ਹੋਣੀ ਆ। ਜਦੋਂ ਮੈਨੂੰ ਤੇਰਾ ਹੀ ਡਰ ਨਹੀਂ ਹੈ, ਤੂੰ ਸੰਸਾਰ ਦਾ ਜੇਤੂ ਆ, ਬਾਕੀਆਂ ਦੀ ਪਰਵਾਹ ਕਿੱਥੋਂ ਕਰਾਂਗਾ। ਸਿਕੰਦਰ ਦੇ ਕੋਲ ਕੋਈ ਜਵਾਬ ਨਹੀਂ ਸੀ। ਤਾਂ ਹੀ ਮਾਲਕ ਰੱਬੀ ਬਾਣੀ ਦੇ ਅੰਦਰ ਬਾਰ-ਬਾਰ ਇਹ ਗੱਲ ਕਹਿੰਦੇ ਨੇ, ਭਲਿਆ ਸੰਸਾਰ ਦੇ ਅੰਦਰ ਜੀ ਬੰਦਾ ਬਣ ਕੇ ਦੌੜਾਂ ਦੇ ਨਾਲ ਕੁਝ ਨਹੀਂ ਹੋਣਾ, ਸਬਰ ਦੇ ਨਾਲ ਜੀ ਮਿਹਨਤ ਕਰ। ਮਿਹਨਤ ਕਰਨ ਦੀ ਮਨਾਹੀ ਨਹੀਂ ਹੈ, ਤੈਨੂੰ ਇਸ ਗੱਲ ਦੀ ਮਨਾਹੀ ਨਹੀਂ ਹੈ। ਤੂੰ ਘਰ ਨਾ ਸੋਹਣਾ ਬਣਾ, ਤੂੰ ਮਹਿਲ ਬਣਾ, ਬਹੁਤ ਸੋਹਣਾ ਬਣਾ, ਪਰ ਖਿਆਲ ਰੱਖੀ ਉਹ ਮਹਿਲ ਦੀਆਂ ਨੀਹਾਂ ਦੇ ਵਿੱਚ ਕਿਸੇ ਦਾ ਹੱਕ ਨਾ ਦੱਬੀ। ਉਹਨਾਂ ਮਹਿਲ ਦੀਆਂ ਨੀਹਾਂ ਦੇ ਵਿੱਚ ਕਿਸੇ ਦਾ ਰਿਸ਼ਵਤ ਲੈ ਕੇ ਪੈਸਾ ਨਾ ਲਾਵੇਂ, ਹੱਕ ਦਾ ਲਾਵੇਂ। ਹੱਕ ਦਾ ਲਾ ਕੇ ਮਹਿਲ ਬਣਾ ਲੈ, ਕੋਈ ਮਨਾਹੀ ਨਹੀਂ ਤੈਨੂੰ। ਤੂੰ ਚੰਗੇ ਕੱਪੜੇ ਪਾ, ਕਿਸੇ ਨੇ ਮਨਾ ਨਹੀਂ ਕੀਤਾ ਤੈਨੂੰ। ਤੂੰ ਇੰਨੇ ਸੋਹਣੇ ਕੱਪੜੇ ਪਾ ਵੀ ਸਮੇਂ ਦਾ ਹਾਕਮ ਵੀ ਜਿਹੜਾ ਹੈ ਨਾ, ਬਾਦਸ਼ਾਹ ਵੀ ਹੈ, ਉਸ ਤੋਂ ਵਧੀਆ ਵਾਲੇ ਪਾ। ਪਰ ਚੇਤਾ ਰੱਖੀ ਉਹ ਪਾਇਆ ਹੋਇਆ ਕੱਪੜਾ ਤੇਰਾ ਹੱਕ ਦਾ ਹੋਵੇ, ਕਿਸੇ ਦੇ ਕੋਲੋਂ ਖੋਹ ਕੇ ਨਾ ਲਿਆਵੇਂ। ਮਨਾਹੀ ਨਹੀਂ ਹੈ ਤੈਨੂੰ। ਸਾਹਿਬ ਨੇ ਸਾਨੂੰ ਇਹ ਜੀਵਨ ਜਾਚ ਸਿਖਾਈ ਹੈ। ਆਨੰਦਪੁਰ ਸਾਹਿਬ ਦੇ ਕਿਲ੍ਹੇ ਨੂੰ ਦੇਖੋ, ਕਿੱਡਾ ਕਮਾਲ ਦਾ ਕਿਲ੍ਹਾ ਸਾਹਿਬ ਨੇ ਸਾਨੂੰ ਜਿਉਣ ਦੇ ਤਰੀਕੇ ਸਿਖਾਏ ਨੇ ਵੀ ਜੀ ਤੂੰ ਕਿੱਡਾ ਕਮਾਲ ਦੇ ਇੰਨੇ ਸੋਹਣੇ ਮਹਿਲ 'ਚ ਰਹਿ ਸਕਦਾ ਹੈ, ਤੇਰਾ ਗੁਰੂ ਰਹਿ ਰਿਹਾ, ਤੂੰ ਵੀ ਇੰਨੇ ਸੋਹਣੇ ਮਹਿਲ 'ਚ ਰਹਿ, ਤੈਨੂੰ ਕੋਈ ਮਨਾਹੀ ਨਹੀਂ ਹੈ। ਉਸ ਵਕਤ ਸਾਰਿਆਂ ਤੋਂ ਮਹਿੰਗੀਆਂ ਸਵਾਰੀਆਂ ਦੇ ਵਿੱਚ ਘੋੜਾ ਗਿਣਿਆ ਜਾਂਦਾ ਹੈ, ਤੇ ਘੋੜਿਆਂ ਦੇ ਵਿੱਚ ਵੀ ਸਾਰਿਆਂ ਤੋਂ ਉੱਤਮ ਅਰਬੀ ਤੇ ਤੁਰਕੀ ਘੋੜੇ ਨੇ। ਸਾਹਿਬ ਦੇ ਦਰਬਾਰ ਦੇ ਵਿੱਚ ਉਹ ਅਰਬੀ ਤੇ ਤੁਰਕੀ ਘੋੜੇ ਨੇ। ਸਾਹਿਬ ਕਹਿੰਦੇ ਕੋਈ ਮਨਾਹੀ ਨਹੀਂ ਆ, ਤੂੰ ਅੱਜ ਦੇ ਵਕਤ ਦੇ ਨਾਲ ਸਾਰਿਆਂ ਤੋਂ ਮਹਿੰਗੀਆਂ ਗੱਡੀਆਂ ਵਰਤ, ਤੈਨੂੰ ਕੋਈ ਨਹੀਂ ਕਹੇਗਾ ਤੂੰ ਹਉਮੈ 'ਚ ਹੈ। ਬਸ ਗੱਡੀ ਦੇ ਉੱਤੇ ਬੈਠਾ ਹੋਇਆ, ਤੇਰੇ ਅੰਦਰ ਹੰਕਾਰ ਨਹੀਂ ਆਉਣਾ ਚਾਹੀਦਾ। ਤੂੰ ਇਹ ਨਾ ਸਮਝੀ ਵੀ ਦੁਨੀਆ ਸਾਰੀ ਮੂਰਖ ਆ, ਮੈਂ ਹੀ ਸਿਆਣਾ ਵੀ ਏਡੀ ਵੱਡੀ ਗੱਡੀ 'ਚ ਆ, ਮੇਰੇ ਤੋਂ ਉੱਤੇ ਦਾ ਹੀ ਕੋਈ ਨਹੀਂ ਹੈ। ਹੰਕਾਰ ਨਾ ਕਰੀ, ਗੱਡੀਆਂ ਵਰਤ, ਕੋਈ ਮਨਾਹੀ ਨਹੀਂ। ਮਾਲਕ ਕਹਿੰਦੇ ਚੇਤਾ ਰੱਖਿਆ ਕਰ, ਸੰਸਾਰ ਦੇ ਅੰਦਰ ਰਹਿੰਦਿਆਂ ਹੋਇਆਂ ਉਸ ਮਾਲਕ ਨੂੰ ਚੇਤਾ ਰੱਖ। ਜੇ ਉਹਦੀ ਬਖਸ਼ਿਸ਼ ਨਾ ਹੋਈ ਨਾ, ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛਿਆ, ਕਿ ਕਿਸੇ ਨੇ ਤੇਰੀ ਬਾਤ ਨਹੀਂ ਪੁੱਛਣੀ। ਫਿਰ ਉਸ ਮਾਰਗ ਦੇ ਉੱਤੇ ਜਿਹੜਾ ਮਾਰਗ ਸਭ ਕਹਿੰਦੇ ਬੜਾ ਔਖਾ ਹੈ, ਉੱਥੇ ਤੇਰੇ ਨਾਲ ਕਿਸੇ ਨਹੀਂ ਹੋਣਾ, ਉੱਥੇ ਸਿਰਫ ਤੇ ਸਿਰਫ ਗੁਰੂ ਨੇ ਤੇਰੇ ਨਾਲ ਹੋਣਾ ਹੈ। ਜਹ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨ ਊਹਾ ਨਾਮ ਤੇਰਾ ਸੰਗ ਸਹਾਈ। ਜਿੱਥੇ ਮਾਂ ਬਾਪ ਸੰਗੀ ਸਾਥੀ ਕਿਸੇ ਨੇ ਨਾਲ ਨਹੀਂ ਹੋਣਾ, ਉੱਥੇ ਰੱਬ ਜੀ ਨੇ ਤੇਰੇ ਨਾਲ ਹੋਣਾ ਹੈ। ਤੇ ਰੱਬ ਜੀ ਦੇ ਨਾਲ ਸਾਂਝ ਬਣਾ ਕੇ ਰੱਖ, ਫਿਰ ਅੰਤ ਵੇਲੇ ਗੁਰੂ ਤੇਰੇ ਨਾਲ ਖੜ ਜਾਵੇ। ਜਦੋਂ ਤੂੰ ਮਨ ਕਰਕੇ ਮੁਸ਼ਕਲਾਂ 'ਚ ਆਵੇਂ ਤੇ ਗੁਰੂ ਤੇਰੇ ਨਾਲ ਖੜੇ। ਸੰਸਾਰ ਦੇ ਲੋਕ ਤਾਂ ਸਰੀਰ ਦੀਆਂ ਮੁਸ਼ਕਲਾਂ 'ਚ ਉਦੋਂ ਖੜਦੇ ਨੇ ਜਦੋਂ ਸਵਾਰਥ ਹੋਵੇ, ਸਵਾਰਥ ਤੋਂ ਬਿਨਾਂ ਉਦੋਂ ਵੀ ਨਹੀਂ ਖੜਦੇ। ਗੁਰੂ ਨੂੰ ਕੋਈ ਸਵਾਰਥ ਨਹੀਂ ਹੈ, ਬਸ ਤੂੰ ਗੁਰੂ ਨੂੰ ਚੇਤੇ 'ਚ ਰੱਖਿਆ ਕਰ। ਤੇ ਮਾਲਕ ਕਹਿੰਦੇ ਭਾਈ ਇਹ ਚੇਤਾ ਰੱਖੀ, ਉਹ ਗੁਰੂ ਫਿਰ ਜੇ ਇੰਨੀਆਂ ਬਖਸ਼ਿਸ਼ਾਂ ਕਰਨ ਵਾਲਾ ਹੈ ਨਾ, ਗੁਰੂ ਬੜਾ ਕਮਾਲ ਦਾ ਹੈ, ਗੁਰੂ ਦਾ ਸੁਭਾਅ ਬੜਾ ਕਮਾਲ ਦਾ ਹੈ। ਜੇ ਸ਼ਰਨ 'ਚ ਆ ਜਾਈਏ ਨਾ, ਸਾਰੀ ਜ਼ਿੰਦਗੀ ਮਾੜੇ ਕਰਮ ਕਰਦੇ ਆ। ਸਭ ਕਹਿੰਦੇ ਜਿੱਦਣ ਸ਼ਰਨ 'ਚ ਆ ਜਾਏ ਉਦਣ ਹੀ ਗੁਰੂ ਆਪਣੇ ਸੁਭਾਅ ਨੂੰ, ਆਪਣੇ ਬਿਰਧ ਨੂੰ ਪਾਲਦਾ ਹੈ। ਜੋ ਸ਼ਰਨ ਆਵੈ ਤਿਸ ਕੰਠ ਲਾਵੈ, ਇਹ ਬਿਰਧ ਸੁਆਮੀ ਸੰਦਾ। ਉਹ ਪਿਛਲੇ ਔਗਣ ਸਾਰੇ ਹੀ ਬਖਸ਼ ਦਿੰਦਾ ਹੈ। ਕਿੰਨੇ ਮਾੜੇ ਕਰਮ ਕੀਤੇ ਹੋਣ, ਕਿੰਨੇ ਗੁਨਾਹ ਕੀਤੇ ਹੋਣ, ਗੁਰੂ ਸਾਰੇ ਹੀ ਬਖਸ਼ ਦਿੰਦਾ ਹੈ। ਸਭ ਕਹਿੰਦੇ ਅੱਜ ਤੋਂ ਆਇਆ ਏ, ਭਾਵਨਾ ਦੇ ਨਾਲ ਮਨ ਕਰਕੇ ਆ ਜਾ, ਗੁਰੂ ਤੇਰੇ ਪਿਛਲੇ ਔਗਣ ਸਾਰੇ ਹੀ ਬਖਸ਼ ਲਏਗਾ। ਬਸ ਆ ਕੇ ਅਰਦਾਸ ਕਰ ਲੈ। ਤੇ ਅਰਦਾਸ ਕਰਨ ਦਾ ਢੰਗ ਇੱਕੋ ਹੀ ਇੱਕ ਹੈ ਵੀ ਗੁਰੂ ਦੇ ਸਾਹਮਣੇ ਆ ਕੇ ਤਨ ਤੇ ਮਨ ਸੌਂਪ ਦੇਵੀਂ। ਇਹ ਤਰੀਕਾ ਹੈ ਅਰਦਾਸ ਦਾ। ਐਵੇਂ ਗੱਲਾਂ ਕਰਕੇ ਸੋਹਣੇ ਸੋਹਣੇ ਸ਼ਬਦ ਵਰਤ ਕੇ ਅਰਦਾਸ ਨਹੀਂ ਹੋਣੀ। ਅਰਦਾਸ ਕਰਨ ਦਾ ਤੇ ਇੱਕੋ ਹੀ ਤਰੀਕਾ, ਛਾੜ ਸਿਆਣਪ ਸਗਲ ਮਨ ਤਨ ਅਰਪ ਧਰ। ਇਹ ਤਰੀਕਾ ਹੈ ਅਰਦਾਸ ਦਾ। ਸਿਆਣਪਾਂ ਛੱਡ ਕੇ, ਚਤੁਰਾਈਆਂ ਛੱਡ ਕੇ ਜਦੋਂ ਅਰਦਾਸ ਕਰਾਂਗੇ, ਸਭ ਕਹਿੰਦੇ ਪ੍ਰਵਾਨ ਹੋ ਜਾਏਗੀ। ਤੇ ਇੱਕ ਤਰੀਕਾ ਹੈ, ਮਾਲਕ ਕਹਿੰਦੇ ਜਿੱਥੇ ਗੁਰੂ ਬਖਸ਼ ਲੈਂਦਾ ਏ, ਜੇ ਤੂੰ ਬਖਸ਼ਵਾਉਣ ਲਈ ਆਇਆ ਨਾ, ਅਰਦਾਸ ਭਾਵਨਾ ਦੇ ਨਾਲ ਨਾ ਕੀਤੀ, ਤੇ ਫਿਰ ਕੋਈ ਵੀ ਹੋਵੇ, ਉਹ ਬਾਦਸ਼ਾਹ ਹੋਵੇ ਜਾਂ ਸਭ ਕਹਿੰਦੇ ਕੀਟਾਂ ਅੰਦਰ ਕੀਟ ਕਰ ਦੋਸ਼ੀ ਦੋਸ਼ ਧਰੇ। ਨੀਵੇਂ ਤੋਂ ਵੀ ਨੀਵਾਂ ਕੋਈ ਛੋਟੇ ਤੋਂ ਛੋਟਾ ਕੀੜਾ ਵੀ ਹੋਵੇ, ਸਭ ਕਹਿੰਦੇ ਫਿਰ ਉਹਦੇ ਉੱਤੇ ਵੀ ਨਾਮ ਨੂੰ ਭੁੱਲਣ ਦਾ
ਗੁਰੂ ਨੂੰ ਭੁੱਲਣ ਦਾ, ਰੱਬ ਜੀ ਨੂੰ ਭੁੱਲਣ ਦਾ ਦੋਸ਼ ਲੱਗਦਾ ਏ ਤੇ ਉਹ ਦੋਸ਼ ਲਾ ਕੇ ਉਹਨੂੰ ਦੋਸ਼ੀ ਗਿਣਿਆ ਜਾਂਦਾ ਏ। ਰੱਬ ਦੋਸ਼ੀ ਬਣਾ ਕੇ ਫਿਰ ਸਜ਼ਾ ਦਿੰਦਾ ਏ। ਸਾਡੇ ਕੀਤੇ ਗੁਨਾਹਾਂ ਦੀ ਸਜ਼ਾ ਸਾਨੂੰ ਮਿਲਦੀ ਹੈ। ਮੈਂ ਅੱਗੇ ਬੇਨਤੀ ਕੀਤੀ ਸੀ, ਰੱਬ ਦਾ ਕੋਈ ਵੈਰ ਨਹੀਂ ਹੈ ਸਾਡੇ ਨਾਲ। ਸਾਡੇ ਔਗਣ ਨੇ, ਸਾਡੇ ਕਰਮ ਨੇ, ਉਹਨਾਂ ਕਰਮਾਂ ਦੀ ਸਜ਼ਾ ਸਾਨੂੰ ਮਿਲਦੀ ਹੈ। ਤੇ ਸਭ ਕਹਿੰਦੇ ਕੀਟਾਂ ਅੰਦਰ ਕੀਟ ਕਰ ਦੋਸ਼ੀ ਦੋਸ਼ ਧਰੇ, ਨਾਨਕ ਨਿਰਗੁਣ ਗੁਣ ਕਰੇ, ਗੁਣਵੰਤਿਆਂ ਗੁਣ ਦੇ। ਉਹ ਪਰਮਾਤਮਾ ਏਡਾ ਬਖਸ਼ਿੰਦਾ ਹੈ, ਏਡਾ ਕਿਰਪਾਲੂ ਹੈ, ਜਿਨ੍ਹਾਂ ਦੇ ਅੰਦਰ ਕੋਈ ਗੁਣ ਨਹੀਂ ਹੈ। ਜੇ ਗੁਰੂ ਕਿਰਪਾ ਕਰੇ ਉਹਨਾਂ ਦੇ ਅੰਦਰ ਗੁਣ ਭਰ ਦਿੰਦਾ ਹੈ, ਤੇ ਜਿਨ੍ਹਾਂ ਦੇ ਕੋਲ ਗੁਣ ਹੈਗੇ ਨੇ ਉਹਨਾਂ ਨੂੰ ਹੋਰ ਦੇ ਦਿੰਦਾ। ਇਹ ਗੁਰੂ ਦਾ ਸੁਭਾਅ ਹੈ। ਸਭ ਕਹਿੰਦੇ ਨੇ ਗੁਰੂ ਦੀ ਸੰਗਤ ਦੀ ਜੇ ਵਡਿਆਈ ਸੁਣਨੀ ਹੋਵੇ ਕਿਸੇ ਨੇ, ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ। ਤੇ ਜਦੋਂ ਸਾਹਿਬ ਆਰੰਭ ਕਰਦੇ ਨੇ ਸ਼ਬਦ ਨੂੰ, ਤੇ ਸਭ ਕਹਿੰਦੇ ਪਿੰਗਲ ਪਰਬਤ ਪਾਰ ਪਰੇ। ਜਿਹੜੇ ਪਿੰਗਲੇ ਨੇ, ਜਿਨ੍ਹਾਂ ਦੇ ਪੈਰ ਕੰਮ ਨਹੀਂ ਕਰਦੇ, ਉਹ ਜੇ ਗੁਰੂ ਬਖਸ਼ਿਸ਼ ਕਰੇ ਤੇ ਪਰਬਤਾਂ ਨੂੰ ਪਾਰ ਕਰ ਜਾਂਦੇ ਨੇ। ਖਲ ਚਤੁਰ ਬਕੀਤਾ, ਮੂਰਖ ਜਿਹੜੇ ਨੇ ਉਹ ਸਿਆਣੇ ਹੋ ਜਾਂਦੇ ਨੇ, ਚਤੁਰ ਹੋ ਜਾਂਦੇ ਨੇ। ਅੰਦਰਲੇ ਤ੍ਰਿਪਵਨ ਸੂਝਿਆ ਗੁਰ ਭੇਟ ਪੁਨੀਤਾ, ਜਿਹੜੇ ਅੰਨੇ ਨੇ, ਜਿਨ੍ਹਾਂ ਨੂੰ ਅੱਖਾਂ ਤੋਂ ਦਿਖਦਾ ਨਹੀਂ। ਸਭ ਕਹਿੰਦੇ ਜੇ ਗੁਰੂ ਬਖਸ਼ਿਸ਼ ਕਰੇ ਤੇ ਫਿਰ ਇੰਨੀ ਰਹਿਮਤ ਹੋ ਜਾਂਦੀ ਹੈ। ਅੰਦਰਲੇ ਤ੍ਰਿਪਵਨ ਸੂਝਿਆ ਗੁਰ ਭੇਟ ਪੁਨੀਤਾ। ਗੁਰੂ ਦੀ ਬਖਸ਼ਿਸ਼ ਦੇ ਨਾਲ, ਗੁਰੂ ਦੇ ਨਾਲ ਸਾਂਝ ਬਣਾਉਣ ਤੋਂ ਬਾਅਦ ਉਹਨਾਂ ਨੂੰ ਸਾਰਾ ਬ੍ਰਹਮੰਡ ਨਜ਼ਰ ਹੀ ਆਉਣ ਲੱਗ ਜਾਂਦਾ ਹੈ। ਤ੍ਰਿਪਵਨ, ਤਿੰਨੇ ਲੋਕ ਦਿਸਣ ਲੱਗ ਜਾਂਦੇ ਨੇ। ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ, ਮੈਲ ਖੋਈ ਕੋਟ ਅਗ ਹਰੇ, ਨਿਰਮਲ ਭੈ ਚੀਤਾ। ਮਨ ਦੇ ਅੰਦਰ ਦੀ ਮੈਲ ਦੂਰ ਹੋ ਜਾਂਦੀ ਹੈ, ਇਹ ਮਨ ਨਿਰਮਲ ਹੋ ਜਾਂਦਾ ਹੈ, ਚਿੱਤ ਨਿਰਮਲ ਹੋ ਜਾਂਦਾ ਹੈ। ਗੁਰੂ ਗੁਣ ਬਖਸ਼ ਦਿੰਦਾ ਹੈ। ਨਾਨਕ ਨਿਰਗੁਣ ਗੁਣ ਕਰੇ, ਗੁਣਵੰਤਿਆਂ ਗੁਣ ਦੇ, ਤੇਹਾ ਕੋਏ ਨਾ ਸੁਝਈ। ਜੇ ਤਿਸ ਗੁਣ ਕੋਏ ਕਰੇ, ਉਸ ਪਰਮਾਤਮਾ ਤੋਂ ਇਲਾਵਾ ਕੋਈ ਐਸਾ ਨਹੀਂ ਹੈ ਜਿਹੜਾ ਸੰਸਾਰ ਦੇ ਅੰਦਰ ਕਿਸੇ ਨੂੰ ਕੋਈ ਗੁਣ ਦੇ ਸਕਦਾ ਹੋਵੇ। ਕਿਸੇ ਦੇ ਕੋਲੇ ਨਹੀਂ ਤਾਕਤ, ਕੋਈ ਇੰਨੀ ਸਮਰੱਥਾ ਨਹੀਂ ਹੈ। ਉਹ ਗੁਣ ਵੰਡਣ ਵਾਲਾ, ਉਹ ਦਾਤਾਂ ਵੰਡਣ ਵਾਲਾ ਇੱਕੋ ਹੀ ਹੈ। ਤਾਂ ਹੀ ਸਾਹਿਬ ਨੇ 5ਵੀਂ ਪੌੜੀ ਤੇ 6ਵੀਂ ਪੌੜੀ ਦੇ ਵਿੱਚ ਅਰਦਾਸ ਦੁਹਰਾਈ ਹੈ। ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਇੱਕੋ ਹੀ ਇੱਕ ਦਾਤਾ ਹੈ, ਉਹ ਨਾ ਭੁੱਲ ਜਾਵੇ। ਇਹ ਅਰਦਾਸ ਅਸੀਂ ਵੀ ਕਰਿਆ ਕਰੀਏ। ਸਭ ਕਿਰਪਾਲੂ ਦਇਆ ਕਰਨ, ਗੁਰੂ ਚਰਨਾਂ ਦੇ ਅੰਦਰ ਜੁੜ ਕਰਕੇ ਗੁਰੂ ਦੇ ਹੁਕਮ ਨੂੰ ਮੰਨਣ ਲੱਗ ਜਾਈਏ। ਨਹੀਂ ਤਾਂ ਸਾਹਿਬ ਕਹਿੰਦੇ ਨੇ ਇਹ ਵੱਡੀਆਂ ਉਮਰਾਂ ਕਿਸੇ ਅਰਥ ਨਹੀਂ। ਇਹ ਵੱਡੀ ਉਮਰ ਕਿਸੇ ਅਰਥ ਨਹੀਂ ਹੈ। ਵੱਡੀ ਆਰਜਾ ਫਿਰ ਜਨਮੈ, ਹਰ ਸਿਉ ਸੰਗ ਨਾ ਗਹਿਆ। ਇਹ ਵੱਡੀ ਉਮਰ ਫਿਰ ਬਾਰ-ਬਾਰ ਜਨਮ ਮਰਨ ਦੇ ਚੱਕਰ 'ਚ ਹੀ ਲੈ ਕੇ ਜਾਏਗੀ। ਭਾਵੇਂ ਕੋਈ ਕਿੰਨੀਆਂ ਸਮਾਧੀਆਂ ਲਾ ਕੇ ਉਮਰ ਵਧਾ ਲਵੇ, ਇਹ ਮੁੜ ਕੇ ਫਿਰ ਇਹ ਜਨਮ ਮਰਨ ਦੇ ਚੱਕਰ 'ਚ ਹੀ ਲੈ ਕੇ ਜਾਏਗੀ। ਇਹਨੇ ਪਾਰ ਨਹੀਂ ਕਰਨਾ। ਸਭ ਦੇ ਕੋਲ ਅਰਦਾਸ ਕਰਿਆ ਕਰੀਏ, ਸਤਿਗੁਰੂ ਜੀ ਤੁਸੀਂ ਬਖਸ਼ੰਦ ਹੋ, ਬਖਸ਼ ਲਵੋ। ਸਾਡੇ ਔਗਣ ਬਹੁਤ ਨੇ, ਸਾਡੇ ਔਗਣਾਂ ਦਾ ਕੋਈ ਥਾਂ ਹੀ ਨਹੀਂ ਹੈ। ਜੇ ਔਗਣਾਂ ਦੀ ਗੱਲ ਕਰੋਗੇ, ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇ ਔਗਣ ਹਮਾਰੇ। ਜਿੰਨਾ ਸਮੁੰਦਰ 'ਚ ਪਾਣੀ ਭਰਿਆ, ਸਭ ਕਹਿੰਦੇ ਇੰਨੇ ਔਗਣ ਨੇ। ਗੁਰੂ ਦੇ ਕੋਲ ਆ ਕੇ ਮੰਨ ਲਿਆ ਕਰੀਏ ਕਿ ਸਾਹਿਬ ਜੀ ਸਾਡੇ ਅੰਦਰ ਔਗਣ ਹੈਗੇ ਨੇ, ਫਿਰ ਗੁਰੂ ਬਖਸ਼ ਲਵੇਗਾ। ਸਭ ਕਿਰਪਾਲੂ ਦਇਆ ਕਰਨ, ਸਾਡੀ ਸੁਰਤ ਦੇ ਅੰਦਰ ਰੱਬੀ ਬਾਣੀ ਦਾ ਹੁਕਮ ਵਸ ਜਾਵੇ, ਗੁਰੂ ਚਰਨਾਂ ਦੇ ਨਾਲ ਪ੍ਰੀਤ ਬਣਾਵੇ। ਵਿਚਾਰਾਂ ਕਰਦੇ ਹਾਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਸਭਨਾਂ ਦਾ ਧੰਨਵਾਦ। ਬੁਲਾਓ ਜੀ ਫਤਿਹ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।